वाकया ये होया कि राही साहब को कोई गलती हो गई। गलती ये हुई कि जिन्हों जेड़ी गलती राणी नूं बहुत बुरी लगी कि ये चीज़ हिली क्यों आ, नाल मेरे वजी क्यों आ, या ये चुकी क्यों गई है, इन्हें मेरी गल क्यों नहीं मनी, इस तरह का कोई वाकया सी वो। राणी साहिबा कहंदे इन्नी गर्म होई कि उन्हें राही साहब नूं बुरा भला भी किया। उन्हें कहा जी इनू इस वक्त सैट तो कढो बाहर इथों, और सैट तो कढोगे ना तो मैं फिर शूटिंग करांगी, नहीं तो मैं शूटिंग नहीं करनी। ਹੁਣ ਦੇਖੋ ਉਹ ਇੱਕ ਐਕਸਟਰਾ ਆਦਮੀ ਸੀ, ਉਹ ਜਗ੍ਹਾ ਤੇ ਐਕਸਟਰਾ ਕੋਈ ਹੋਰ ਵੀ ਕੰਮ ਕਰ ਸਕਦਾ ਸੀ, ਉਹ ਸੁਪਰਸਟਾਰ ਸੀ। ਉਹਨੂੰ ਇੰਨੀ ਸੋਚ ਨਹੀਂ ਹੋਈ ਉਦੋਂ ਕਿ ਕੋਈ ਗੱਲ ਨਹੀਂ, ਅੱਜ ਦਾ ਐਕਸਟਰਾ ਵਾ, ਹੋ ਸਕਦਾ ਕੱਲ ਅੱਲਾ ਰਹਿਮ ਕਰੇ ਕਿ ਬਹੁਤ ਅੱਛਾ ਵੀ ਹੋ ਜਾਏ। ਨਾਲੇ ਮਾੜੇ ਬੰਦੇ ਦੀ ਹਮੇਸ਼ਾ ਸਪੋਰਟ ਕਰਨੀ ਚਾਹੀਦੀ ਆ, ਉਹਦੀ ਹੈਲਪ ਕਰਨੀ ਚਾਹੀਦੀ ਆ। ਚਲੋ ਕੋਈ ਗੱਲ ਨਹੀਂ ਯਾਰ, ਹੋ ਜਾਂਦਾ, ਤੂੰ ਸੁਪਰਸਟਾਰ। ਔਰ ਕੁਛ ਲੋਕ ਸੁਪਰਸਟਾਰ ਬਣਨ ਤੋਂ ਬਾਅਦ ਬੜੇ ਨਾਮਵਰ ਬਣਨ ਤੋਂ ਬਾਅਦ ਉਹ ਸਮਝਦੇ ਸ਼ਾਇਦ ਸਾਡਾ ਹੀ ਰਾਜ ਰਹਿਣਾ, ਸ਼ਾਇਦ ਇਹ ਸਾਰੀ ਜਹਾਨ ਸਾਡਾ ਹੀ ਆ, ਇਹ ਕੁਛ ਵੀ ਨਹੀਂ ਕਿਸ ਦਾ ਇੱਥੇ ਹੋਣਾ, ਇਹ ਅਸੀਂ ਹੀ ਬਸ ਇੱਥੇ ਰਾਜ ਕਰਨਾ। ਦੇਖੋ ਜੀ ਉਸ ਟਾਈਮ ਉਹਨੇ ਕਹਿੰਦੇ ਬੁਰਾ ਭਲਾ ਕਿਹਾ, ਉਹਨੂੰ ਕੋਈ ਧੱਕੇ ਧੁੱਕੇ ਦਿੱਤੇ। ਔਰ ਫਿਰ ਉਹਨੇ, ਹਾਲਾਂਕਿ ਰਾਹੀ ਸਾਹਿਬ ਨੇ ਕਹਿੰਦੇ ਆ ਕਿ ਮਿਹਨਤ ਕੀਤੀ। ਉਹਨੇ ਕਿਹਾ ਰਾਣੀ ਬੇਗਮ ਸਾਹਿਬਾ ਚਲੋ ਠੀਕ ਆ, ਜੋ ਹੋਇਆ ਸੋ ਹੋਇਆ, ਇਹ ਗਲਤੀ ਸੀ, ਮੈਂ ਮਾਜ਼ਰਤ ਚਾਹੁੰਦਾ, ਅਤੇ ਤੁਸੀਂ ਹੁਣ ਸ਼ੂਟਿੰਗ ਸ਼ੁਰੂ ਕਰੋ। ਇਹ ਸਾਡੀ ਰੋਜ਼ੀ ਰੋਟੀ ਦਾ ਮਸਲਾ ਵਾ, ਅਸੀਂ ਇੱਥੋਂ ਰੋਜ਼ੀ ਕਮਾਉਣੀ ਆ ਅਤੇ ਜਾ ਕੇ ਖੁਦ ਵੀ ਖਾਣੀ ਅਤੇ ਬੱਚਿਆਂ ਵਾਸਤੇ ਵੀ ਲੈ ਕੇ ਜਾਣੀ। ਜੇ ਮੈਂ ਅੱਜ ਨਾ ਕੰਮ ਕੀਤਾ ਤਾਂ ਮੈਂ ਕਿਸ ਤਰ੍ਹਾਂ, ਅਸੀਂ ਇਸ ਤਰ੍ਹਾਂ ਮੈਂ ਆਪਣੇ ਪੇਟ ਪਾਲਾਂਗਾ। ਯਾਰ ਇਹ ਥੋੜ੍ਹੀ ਵੱਡੀ ਗੱਲ ਆ। ਅੱਲਾ ਮਾफ़ ਕਰੇ, ਲਾ ਹੌਲਾ ਵਲਾ ਕੁਵਤਾ। ਕਦੀ ਬੰਦੇ ਨੂੰ ਇੰਨਾ ਗਰੂਰ ਨਾ ਦੇਵੇ ਯਾਰ ਕਿਸੇ ਨੂੰ। ਦੇਖੋ ਜੀ ਉਹ ਜ਼ਿੱਦ 'ਤੇ ਅੜੀ ਰਹੀ, ਉਹੀ ਨਾ ਫਿਰ ਉਹ ਔਰਤਾਂ ਦੀ ਜ਼ਿੱਦ, ਕਿ ਜ਼ਿੱਦ 'ਤੇ ਹੀ ਫਸੀ ਰਹੀ। ਨਹੀਂ ਜੀ ਮੈਂ ਬਸ, ਤੁਸੀਂ ਇਹਨੂੰ ਕੱਢੋ ਬਾਹਰ, ਇਹਨੂੰ ਕੱਢੋ ਬਾਹਰ। ਉਹਨੂੰ ਕਢਵਾ ਦਿੱਤਾ ਜੀ ਉੱਥੋਂ, ਉਹ ख़त्म ਕਰਵਾਇਆ ਸ਼ੂਟਿੰਗ ਤੋਂ ਕਦਮ ਚਲਾ ਗਿਆ ਵਿਚਾਰਾ। ਉਹ ਕਿ ਠੀਕ ਹੈ ਜੀ ਮੇਰਾ ਅੱਲਾ ਜੇ ਨਹੀਂ ਰੋਜ਼ੀ ਤਾਂ ਕੋਈ ਗੱਲ ਨਹੀਂ ਐਸੀ, ਲੇਕਿਨ ਉਹਨੇ ਬਦਤਮੀਜ਼ੀ ਕੋਈ ਨਹੀਂ ਕੀਤੀ। ਦੇਖੋ ਜੀ ਉਹ ਸੈੱਟ ਤੋਂ ख़त्म ਕਰਵਾਤਾ ਉਹਨੂੰ। ਹਦਾਇਤਕਾਰ, ਰਾਈਟਰ ਵਗੈਰਾ ਦੂਏ ਤੀਏ ਸਭ ਉਸ ਵੇਲੇ ਸੁਪਰਸਟਾਰ ਦੇ ਨਾਲ ਸੀ, ਉਹ ਤਾਂ ਫਿਰ ਹੁੰਦੇ ਹੀ ਆ ਨਾਲ, ਉਹਨਾਂ ਨੂੰ ਐਕਸਟਰਾ ਨਾਲ ਕੀ ਜ਼ਰੂਰਤ ਆ। ਉਹ ਜਾਵੇ ਬਾਹਰ ਮੇਂ, ਕੋਈ ਹੋਰ ਆ ਜਾਏਗਾ, ਉਹ ਤਾਂ ਉਹਦੀ ਸੁਪਰਸਟਾਰ ਸੀ, ਪੈਸੇ ਲੱਗੇ ਸੀ, ਉਹ ਕਿਵੇਂ ਕਹਿ ਸਕਦੇ ਆ। ਹੈ ਯਾਰ ਇਹ ਚਮਕ ਧਮਕ ਦੀ ਦੁਨੀਆ ਵਾ, ਇੱਥੇ ਕੋਈ ਕਿਸੇ ਦਾ ਦੋਸਤ ਨਹੀਂ ਹੈ, ਬਸ ਇੱਦਾਂ ਹੀ ਆ, ਜਿਹੜਾ ਚੜ੍ਹਦਾ ਸੂਰਜ ਆ ਉਹਨੂੰ ਸਲਾਮ ਆ, ਜਿਹੜਾ ਗਿਆ ਸੋ ਗਿਆ। ਹੁਣ ਮੇਰੇ ਅੱਲਾ ਦਾ ਕਾਨੂੰਨ ਕੁਛ ਹੋਰ ਕਹਿ ਰਿਹਾ ਸੀ, ਅੱਲਾ ਨੇ ਕੁਛ ਹੋਰ ਉਹਦੇ ਵਾਸਤੇ ਪੈਦਾ ਕੀਤਾ ਹੋਇਆ ਸੀ, ਉਹਦੇ ਵਾਸਤੇ ਸੋਚਿਆ ਹੋਇਆ ਸੀ, ਅਤੇ ਦੁਨੀਆਦਾਰ ਕੁਛ ਹੋਰ ਸੋਚਣ ਡਏ ਸੀ। ਲਓ ਜੀ ਉਹ ਵਕਤ ਗੁਜ਼ਰ ਗਿਆ। ਇੱਕ ਦਿਨ ਵਕਤ ਆਇਆ ਕਿ ਰਾਣੀ ਵਰਗੇ ਸਾਰੇ ਐਕਟਰ ਜਿਹੜੇ ਸੀ, ਇਹਨਾਂ ਨੂੰ ਕੋਈ ਪੁੱਛਦਾ ਨਹੀਂ ਸੀ ਹੈਗਾ, ਕਿੱਥੇ ਹੋ ਗਿਆ ਤੁਸੀਂ। ਅਤੇ ਦੂਸਰੇ ਨੰਬਰ ਦੇ ਉੱਤੇ ਰਾਹੀ ਸਾਹਿਬ, ਉਹਨਾਂ ਦਾ ਐਸਾ ਤੋਤੀ ਬੋਲਦਾ ਸੀ, ਤੁਹਾਨੂੰ ਪਤਾ ਹੀ ਆ ਕਿ ਸਟੂਡੀਓ ਦੇ ਅੰਦਰ ਕੀ ਅਤੇ ਬਾਹਰ ਕੀ, ਬਸ ਰਾਹੀ ਰਾਹੀ ਰਾਹੀ। ਰਾਹੀ ਤੋਂ ਬਗੈਰ 400 ਆਦਮੀ ਸਟੂਡੀਓ ਜਿਹੜਾ ਵਾ ਉਹ ਐਂ ਬੈਠੇ ਆ। ਰਾਹੀ ਆਇਆ ਅਤੇ ਸਿੱਧੇ ਖੜੇ ਆ, ਬਿਰਿਆਨੀਆਂ ਚੱਲ ਰਹੀਆਂ, ਬੱਕਰੇ ਚੱਲ ਰਹੇ ਆ, ਸਭ ਕੁਝ ਚੱਲ ਰਿਹਾ। ਰਾਹੀ ਨਹੀਂ ਹੈਗਾ ਤਾਂ ਕੁਛ ਵੀ ਨਹੀਂ ਹੈਗਾ। ਫਿਰ ਉਹ ਦੌਰ ਆਇਆ ਕਿ ਉਸ ਰਾਣੀ ਨੂੰ ਜਦੋਂ ਰਾਹੀ ਦੇ ਨਾਲ ਕਾਸਟ ਕੀਤਾ, ਕਿਸੇ ਨੇ ਕਿਹਾ ਯਾਰ ਚਲੋ ਹੀਰੋਇਨ ਦੇ ਤੌਰ 'ਤੇ ਆਈ ਆ, ਦੋ ਚਾਰ ਕਈ ਫਿਲਮਾਂ 'ਚ ਆਈ ਆ, ਮੈਂ ਖੁਦ ਦੇਖਿਆ। ਇਹ ਦੱਸੋ ਉਹਦੇ ਵੱਡੇਪਨ ਦਾ ਨਜ਼ਾਰਾ ਫਿਰ ਉਸ ਵੇਲੇ ਸਾਹਮਣੇ ਆਇਆ ਕਿ ਉਹਨੇ, ਜੇ ਉਹ ਕਹਿੰਦਾ ਕਿ ਕੱਢੋ ਇਹਨੂੰ ਬਾਹਰ, ਬਿਲਕੁਲ ਇਹ ਮੇਰੇ ਸੈੱਟ 'ਤੇ ਕੀ ਸਟੋਰੀ ਦੇ ਅੰਦਰ ਨਾ ਆਵੇ। ਮੈਂ ਤੁਹਾਨੂੰ ਇਹ ਵਾਜ਼ਿਹ ਕਹਿ ਰਿਹਾ ਕਿ ਜੇ ਸੁਲਤਾਨ ਰਾਹੀ ਸਾਹਿਬ ਇੱਕ ਦਫਾ ਇਸ਼ਾਰਾ ਕਰ ਦਿੰਦੇ ਨਾ ਕਿ ਇਹ ਔਰਤ, ਇਹ ਹੀਰੋਇਨ ਸਟੋਰੀ ਦੇ ਅੰਦਰ ਨਾ ਵੜੇ ਅੱਜ ਤੋਂ ਬਾਅਦ, ਤੇ ਸਵਾਲ ਨਹੀਂ ਪੈਦਾ ਹੁੰਦਾ, ਉਹਨੂੰ ਕਿਤੇ ਅੰਦਰ ਨਹੀਂ ਵੜਨ ਦੇਣਾ ਉਹਨੇ ਕਿਸੇ ਨੇ, ਭਾਵੇਂ ਉਹ ਜੋ ਮਰਜ਼ੀ ਕਰ ਲੈਂਦੀ। ਕਿਉਂਕਿ ਰਾਹੀ ਉਸ ਵੇਲੇ ਬੇਤਾਜ ਬਾਦਸ਼ਾਹ ਸੀ, ਡੈਥ ਤੱਕ, ਮਰਨ ਤੱਕ ਉਹ ਫਿਲਮ ਇੰਡਸਟਰੀ ਦਾ ਬਾਦਸ਼ਾਹ ਰਿਹਾ ਵਾ। ਅਤੇ ਵੈਸੇ ਤਾਂ ਖੈਰ ਉਹ ਦੀਨੀ ਵੀ ਸੁਭਾਨ ਅੱਲਾ, ਕੋਈ ਗੱਲ ਹੀ ਨਹੀਂ ਕਰਨ ਵਾਲੀ। ਲੇਕਿਨ ਜਦੋਂ ਦੇਖੋ ਉਹਨੂੰ ਕਾਸਟ ਕੀਤਾ ਗਿਆ, ਨਾਲ ਰਾਣੀ ਨੂੰ ਕਾਸਟ ਹੋ ਗਈ, ਉਸ ਆਦਮੀ ਨੇ ਦੇਖੋ ਉਸ ਪਿਛਲੇ ਵਾਕਿਆ ਨੂੰ ਇੱਕ ਦਫਾ ਵੀ ਯਾਦ ਨਹੀਂ ਕੀਤਾ। ਜੀ ਉਹ ਚਾਹੁੰਦਾ ਪਰੇ ਕਰੋ ਇਹਨੂੰ, ਹੋਰ ਥੋੜ੍ਹੀਆਂ ਹੀਰੋਇਨਾਂ, ਅਤੇ 1 ਮਿੰਟ ਨਹੀਂ ਸੀ ਲੱਗਣਾ। ਲੇਕਿਨ ਉਹਨੇ ਕਿਹਾ ਨਹੀਂ ਕੋਈ ਗੱਲ ਨਹੀਂ, ਅਸੀਂ ਬਸ ਵਕਤ ਦਾ ਤਕਾਜ਼ਾ, ਉਹਦਾ ਉਹ ਜਿਵੇਂ ਕਹਿੰਦੇ ਆ ਅੰਦਰ ਜ਼ਮੀਰ ਸੀ, ਉਹਦਾ ਆਪਣਾ ਹਿਸਾਬ ਕਿਤਾਬ ਸੀ, ਇੱਧਰੋਂ ਮੇਰਾ ਹੁਣ ਆਪਣਾ ਹਿਸਾਬ ਆ, ਮੈਂ ਨਹੀਂ ਇਹ ਕੰਮ ਕਰ ਸਕਦਾ, ਮੈਂ ਕਿਸੇ ਨੂੰ ਧੁਤਕਾਰ ਨਹੀਂ ਸਕਦਾ, ਕਿਸੇ ਕੋਈ ਇੰਤਕਾਮੀ ਕਾਰਵਾਈ ਨਹੀਂ ਲੈ ਸਕਦਾ, ਕਿਉਂਕਿ ਮਜ਼ਹਬੀ ਆਦਮੀ ਔਰ ਵੱਡੇ ਆਦਮੀ ਦੀ ਇਹੀ ਤਾਂ ਨਿਸ਼ਾਨੀ ਆ ਯਾਰ। ਔਰ ਦੇਖੋ ਉਸ ਆਦਮੀ ਨੇ ਫਿਰ ਉਸ ਰਾਣੀ ਨਾਲ
ਰਾਜ ਨੇ ਉਹਦੇ ਨਾਲ ਪਤਾ ਨਹੀਂ ਕਿੰਨੀਆਂ ਫਿਲਮਾਂ 'ਚ ਕੰਮ ਕੀਤਾ, ਲੇਕਿਨ ਉਹਨੇ ਚਿਹਰੇ ਤੇ ਕਦੀ ਦੱਸਦੇ ਆ ਤਾਂ ਸ਼ਹਾਦਤ ਦੱਸ ਰਹੇ ਆ ਕਿ ਉਹਨੇ ਇਹ ਗਿਲਾ ਵੀ ਨਹੀਂ ਜ਼ਾਹਰ ਕੀਤਾ। ਕਿਆ ਸਾਬਤ ਹੁੰਦਾ ਵੱਡਾ ਆਦਮੀ ਹੈ ਸੀ ਕਿ ਨਹੀਂ ਸੀ। ਹੈ ਇੱਕ ਵੱਡੇ ਆਦਮੀ 'ਚ ਇੱਕ ਖਸੂਸੀਅਤ ਹੁੰਦੀ ਆ ਕਿ ਨਹੀਂ ਹੁੰਦੀ, ਠੀਕ ਆ ਨਾ। ਦੌਲਤਾਂ ਨਾਲ, ਮਹਿਲਾਂ ਨਾਲ, ਗੱਡੀਆਂ ਨਾਲ ਤੇ ਬੰਗਲਿਆਂ ਨਾਲ ਕਦੀ ਵੱਡਾ ਆਦਮੀ ਨਹੀਂ ਬੰਦਾ ਬਣਦਾ। ਵੱਡਾ ਆਦਮੀ ਉਹ ਜ਼ਮੀਰ ਨਾਲ ਹੁੰਦਾ, ਠੀਕ ਆ ਨਾ। ਉਹ ਚਾਹੇ ਉਹਦੇ ਕੋਲ ਕੁਛ ਵੀ ਨਾ ਹੋਵੇ ਉਦੋਂ ਹੀ ਵੱਡੇ ਹੁੰਦੇ ਆ, ਜਦੋਂ ਬਹੁਤ ਕੁਛ ਆ ਜਾਂਦਾ ਉਦੋਂ ਹੀ ਵੱਡੇ ਹੀ ਹੁੰਦੇ ਆ। ਵੱਡੇ ਆਦਮੀ ਬਾਈ ਅੱਲਾ ਪਾਕ ਸਮਝ ਲਓ ਕਿ ਉਹਨਾਂ ਨੂੰ ਵੱਡੇ ਬਣਾ ਕੇ ਹੀ ਪੈਦਾ ਕਰਦਾ। ਤੇ ਛੋਟਾ ਆਦਮੀ ਤੁਸੀਂ ਕੋਈ ਜਿੰਨਾ ਮਰਜ਼ੀ ਦੌਲਤਮੰਦ ਵੇਖ ਲਵੋ, ਜਿਹੜਾ ਛੋਟਾ ਹੋਏਗਾ ਨਾ ਉਹ ਕਦੇ ਨਾ ਕਦੇ ਤੁਹਾਨੂੰ ਉਹਦੇ ਅੰਦਰ ਛੋਟਾਪਨ ਜ਼ਰੂਰ ਨਜ਼ਰ ਆਏਗਾ। ਤੁਸੀਂ ਕਹੋਗੇ ਯਾਰ ਬਹੁਤ ਹੀ ਯਾਰ ਘਟੀਆ ਬੰਦਾ ਸੀ ਬਈ ਇਹ। ਕਿਉਂ? ਕਿਉਂਕਿ ਉਹ ਵੱਡਾ ਹੁੰਦਾ ਹੀ ਨਹੀਂ ਕਦੀ ਵੀ। ਉਹ ਤਾਂ ਚੰਦ ਰੁਪਈਏ ਐਨੂੰ ਉਹਨੂੰ ਆ ਜਾਂਦੇ ਆ ਜਿਹਦੀ ਵਜ੍ਹਾ ਤੋਂ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ, ਹੁੰਦਾ ਨਹੀਂ। ਤੇ ਇਹ ਜਨਾਬ ਵੱਡੇਪਨ ਦੀ ਥੋੜ੍ਹੀ ਜਿਹੀ ਤੁਹਾਨੂੰ ਮੈਂ ਇੱਕ ਦਾਸਤਾਨ ਸੁਣਾਈ ਆ। ਤੇ ਬਾਕੀ ਇਹ ਹੈ ਕਿ ਇਨਸ਼ਾਅੱਲਾ ਫਿਰ ਕਿਸੇ ਨਵੇਂ ਕਿਸੇ ਨਾਲ ਫਿਰ ਹਾਜ਼ਰ ਹੋਵਾਂਗੇ। ਇਸ ਤਰ੍ਹਾਂ ਦੇ ਕਿਸੇ ਚੱਲਦੇ ਰਹਿਣਗੇ। ਔਰ ਦੁਆ ਕਰਿਓ ਯਾਰ, ਮੈਂ ਚੈਨਲ ਵੀ ਮਿਹਨਤ ਕਰ ਰਿਹਾ, ਚੈਨਲ ਮੋਨੀਟਾਈਜ਼ ਹੋ ਜਾਵੇ ਤਾਂ ਕਿ ਮੈਂ ਅੱਛੇ ਤਰੀਕੇ ਨਾਲ ਮਿਹਨਤ ਨਾਲ ਮਜ਼ੀਦ ਕੰਮ ਕਰਾਂ ਇਨਸ਼ਾਅੱਲਾ ਤਾਲਾ। ਇਹ ਕਿਸੇ ਕਹਾਣੀਆਂ ਲੱਗੇ ਰਹਿਣਗੇ। ਠੀਕ ਆ ਜੀ, ਓਕੇ ਫਿਰ, अस्सलाम वालेकुम।